ਵੱਡੀ ਖਬਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਨੀਰਜ ਚੋਪੜਾ ਕੁਆਲੀਫਾਈ ਕਰ ਗਿਆ। ਵਰਲਡ ਚੈਂਪੀਅਨਸ਼ਿਪ ਦੇ ਦੌੜ ਦੇ ਵਿੱਚ ਨੀਰਜ ਚੋਪੜਾ ਐਤਵਾਰ ਨੂੰ ਜਿਹੜਾ ਉਹ ਫਾਈਨਲ ਦੇ ਵਿੱਚ ਭਿੜਨਗੇ। 3 ਭਾਰਤੀ ਹੋਰ ਮੈਡਲ ਜਿੱਤਣ ਦੀ ਦੌੜ ਦੇ ਵਿੱਚ ਨੇ। ਟੋਕੀਓ 올림픽 ਚੈਂਪੀਅਨ ਬਣਨ ਤੋਂ ਬਾਅਦ ਨੀਰਜ ਚੋਪੜਾ ਅੱਜ ਵਰਲਡ ਚੈਂਪੀਅਨ ਬਣਨ ਦੀ ਦਾਅਵੇਦਾਰੀ ਜਿਹੜੀ ਆ ਉਹ ਸ਼ੁਰੂ ਕਰਨਗੇ। ਹੰਗਰੀ ਦੇ ਬੁਦਾਪੇਸਟ ਦੇ ਵਿੱਚ 1:40 ਮਿੰਟ ਤੇ ਜਿਹੜਾ ਮੈਚ ਉਹ ਸ਼ੁਰੂ ਹੋਏਗਾ। ਮੈਚ ਦੇ ਵਿੱਚ ਐਕਸ਼ਨ ਦੇ ਵਿੱਚ ਜਿਹੜਾ ਨੀਰਜ ਚੋਪੜਾ ਨਜ਼ਰ ਆ ਰਿਹਾ। ਹਾਲਾਂਕਿ 2022 ਦੇ ਵਿੱਚ ਅਮਰੀਕਾ ਦੇ ਔਰੇਗਨ ਦੇ ਵਿੱਚ ਹੋਈ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਮੈਡਲ ਉਹਨਾਂ ਨੇ ਹਾਸਲ ਕੀਤਾ ਸੀ। ਚੋਪੜਾ ਦੀ ਦਾਅਵੇਦਾਰੀ ਕਾਫੀ ਮਜ਼ਬੂਤ ਮੰਨੀ ਜਾ ਰਹੀ ਹੈ। ਜੈਵਲਿਨ ਮੁਕਾਬਲਾ ਜਦੋਂ ਅੱਜ ਸ਼ੁਰੂ ਹੋਏਗਾ, ਇਸ ਦੇ ਵਿੱਚ ਪਹਿਲੀ ਵਾਰ 3 ਭਾਰਤੀ ਮੈਡਲ ਦੀ ਦੌੜ ਦੇ ਵਿੱਚ ਸ਼ਾਮਲ ਹੋਣਗੇ। ਨੀਰਜ ਦੇ ਨਾਲ ਮਨੂ ਡਿੱਪੀ ਕਿਸ਼ੋਰ ਜੈਨਾ ਨੇ ਵੀ ਵਰਲਡ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕੀਤਾ। ਫਾਈਨਲ ਦੇ ਵਿੱਚ ਫਾਰਮਸ ਨੇ ਆਪਣੀ ਜਿਹੜੀ ਜ਼ਿੰਦਗੀ ਦੀ ਕਹਿ ਸਕਦੇ ਆ। ਅਸੀਂ ਦੇਖਿਆ ਟੋਕੀਓ 올림픽ਸ ਵੇਲੇ ਉਹਨਾਂ ਨੇ 골ਡ ਮੈਡਲ ਜਿੱਤਿਆ ਸੀ, ਜੋ ਕਿ ਭਾਰਤ ਦਾ ਪਹਿਲਾ ਇੰਡੀਵਿਜੂਅਲ 골ਡ ਮੈਡਲ ਸੀ ਐਥਲੈਟਿਕਸ ਵਿੱਚ। ਔਰ ਹੁਣ ਜੋ ਅਸੀਂ ਐਕਸਕਲੂਸਿਵ ਜਾਣਕਾਰੀ ਦੇ ਰਹੇ ਹਾਂ, ਨੀਰਜ ਚੋਪੜਾ ਨੇ ਪਹਿਲੇ ਹੀ ਥਰੋ ਦੇ ਵਿੱਚ 88.77 ਮੀਟਰ ਜਿਹੜਾ ਹੈ ਜੈਵਲਿਨ ਸੁੱਟ ਕੇ ਕੁਆਲੀਫਾਈ ਕਰ ਲਿਆ। ਹਾਲਾਂਕਿ 83 ਜਿਹੜਾ ਮੀਟਰ ਸੀਗਾ ਉਹ ਇੱਕ ਕੁਆਲੀਫਾਈਂਗ ਰਾਊਂਡ ਦਾ ਸੀਗਾ ਜਿਹੜਾ ਬੈਂਚਮਾਰਕ ਸੀ, ਲੇਕਿਨ ਪਹਿਲਾ ਥਰੋ ਹੀ 88 ਮੀਟਰ ਜਿਹੜਾ ਸੁੱਟ ਕੇ ਉਹਨਾਂ ਨੇ ਕੁਆਲੀਫਾਈ ਕਰ ਲਿਆ। ਔਰ ਕੱਲ ਜਦੋਂ ਸੰਡੇ ਨੂੰ ਜਦੋਂ ਫਾਈਨਲ ਹੋਏਗਾ, ਉਸ ਵਿੱਚ ਉਹਨਾਂ ਦੀ ਦਾਅਵੇਦਾਰੀ ਕਾਫੀ ਮਜ਼ਬੂਤ ਹੋਏਗੀ। ਮੈਂ ਤੁਹਾਨੂੰ ਦੱਸ ਦੇਵਾਂ ਕਿ ਫਾਈਨਲ ਲਈ 37 ਜਿਹੜੇ ਐਥਲੀਟਸ ਨੇ ਉਹਨਾਂ ਨੇ ਕੁਆਲੀਫਾਈ ਕੀਤਾ। ਔਰ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੇ 3 ਜੈਵਲਿਨ ਥਰੋਅਰ ਜਿਹੜੇ ਹੈ ਉਹ ਵਰਲਡ ਚੈਂਪੀਅਨਸ਼ਿਪ 'ਚ ਪਾਰਟਿਸਿਪੇਟ ਕਰ ਰਹੇ ਹੈ। ਸੋ ਫਿਲਹਾਲ ਗਰੁੱਪ ਏ ਜਿਹੜਾ 37 ਸੀਗੇ ਜੈਵਲਿਨ ਥਰੋਅਰ, ਉਹਨਾਂ ਨੂੰ 2 ਗਰੁੱਪਸ ਵਿੱਚ ਵੰਡਿਆ ਗਿਆ ਹੈ। ਪਹਿਲਾ ਗਰੁੱਪ ਏ ਵਾਲੇ ਥਰੋਅਰ ਜਿਹੜੇ ਉਹਨਾਂ ਨੂੰ 3 ਥਰੋ ਮਿਲਣਗੇ। ਉਸ ਦੇ ਵਿੱਚ ਭਾਰਤ ਦੇ 2 ਜਿਹੜੇ ਆ ਮਨੂ ਡੀਪੀ ਔਰ ਜਿਹੜੇ ਨੀਰਜ ਚੋਪੜਾ ਨੇ ਉਹ ਪਾਰਟਿਸਿਪੇਟ ਕਰ ਰਿਹਾ। ਫਿਲਹਾਲ ਮਨੂ ਡੀਪੀ ਜਿਹੜੇ ਆ ਉਹ ਤਾਂ ਨਹੀਂ ਕੁਆਲੀਫਾਈ ਕੀਤਾ। ਉਹਨਾਂ ਨੇ ਪਹਿਲਾ ਥਰੋ ਜਿਹੜਾ ਹੈ 78 ਮੀਟਰ ਦਾ ਜਿਹੜਾ ਉਹਨਾਂ ਨੇ ਥਰੋ ਸੁੱਟਿਆ ਸੀ। ਉਸ ਤੋਂ ਬਾਅਦ ਉਹਨਾਂ ਨੂੰ 2 ਚਾਂਸ ਹੋਰ ਮਿਲਣਗੇ। ਦੇਖਣ ਵਾਲੀ ਗੱਲ ਹੋਏਗੀ ਕਿ ਉਹ ਫਾਈਨਲ ਪਹੁੰਚਣਗੇ। ਲੇਕਿਨ ਨੀਰਜ ਚੋਪੜਾ ਪਿਛਲੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਮੈਡਲ ਉਹਨਾਂ ਦਾ ਆਇਆ ਸੀ ਅਮਰੀਕਾ ਦੇ ਔਰੀਗਨ ਵਿੱਚ, ਲੇਕਿਨ ਇਸ ਵਾਰ ਹੰਗਰੀ ਦੇ ਬੁਡਾਪੈਸਟ ਦੇ ਵਿੱਚ ਸ਼ਾਇਦ ਉਹ 골ਡ ਮੈਡਲ ਦੇ ਸਭ ਤੋਂ ਪ੍ਰਮੁੱਖ ਦਾਅਵੇਦਾਰ ਨੇ, ਕਿਉਂਕਿ ਉਹਨਾਂ ਨੇ ਸੀਜ਼ਨ ਦਾ ਜਿਹੜਾ ਉਹਨਾਂ ਦਾ ਬੈਸਟ ਥਰੋ ਹੈ ਉਹ 89.94 ਮੀਟਰ ਹੈ। ਹਾਲਾਂਕਿ ਸਭ ਨੂੰ ਉਮੀਦ ਹੈ ਕਿ ਉਹ 90 ਮੀਟਰ ਦਾ ਇੱਕ ਜਿਹੜਾ ਬੈਰੀਅਰ ਹੈ ਉਹ ਜ਼ਰੂਰ ਇਸ ਚੈਂਪੀਅਨਸ਼ਿਪ ਤੋੜਨਗੇ। ਔਰ ਪਹਿਲੇ ਥਰੋ ਦੇ ਵਿੱਚ 88.70 ਮੀਟਰ ਜੈਵਲਿਨ ਸੁੱਟਣ ਤੋਂ ਬਾਅਦ ਇੱਕ ਗੱਲ ਸਾਫ਼ ਹੈ ਕਿ ਨੀਰਜ ਬੜੀ ਟੌਪ ਫਾਰਮ 'ਚ ਹੈ ਔਰ ਪਹਿਲਾ ਵਰਲਡ ਚੈਂਪੀਅਨਸ਼ਿਪ 골ਡ ਮੈਡਲ ਸੰਡੇ ਨੂੰ ਮਿਲ ਸਕਦਾ ਹੈ। ਜਤਿੰਦਰ ਜਗਦੀਪ ਜੀ, ਇੱਕ ਚੀਜ਼ ਹੋਰ ਦੱਸਿਓ ਕਿ ਇਸ ਵਕਤ ਜੋ ਥਰੋ ਉਹਨਾਂ ਦੇ ਵੱਲੋਂ ਸੁੱਟਿਆ ਗਿਆ, ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਜਾਣਕਾਰੀ ਦੇ ਰਹੇ ਹੋ ਕਿ ਕੁਆਲੀਫਾਈ ਦੇ ਲਈ ਘੱਟ ਸੀ ਰੇਂਜ, ਪਰ ਉਸ ਤੋਂ ਜ਼ਿਆਦਾ ਉਹਨਾਂ ਨੇ ਕਿਤੇ ਇਹ ਥਰੋ ਸੁੱਟਿਆ ਗਿਆ। ਕੀ ਹੋਰ ਵੀ ਮੁਕਾਬਲੇ ਦੇ ਵਿੱਚ ਜਿਹੜੇ ਹੈਗੇ ਆ ਕੌਣ ਲੱਗਦਾ ਕਿ ਉਹਨਾਂ ਦੇ ਨਾਲ ਜਿਹੜੀ ਟੱਕਰ ਫਾਈਨਲ ਦੇ ਵਿੱਚ ਵੀ ਜਿਹੜੀ ਉਹ ਹੋ ਸਕਦੀ ਹੈ ਮਜ਼ਬੂਤ? ਜਤਿੰਦਰ ਟੋਟਲ 37 ਜਿਹੜੇ ਜੈਵਲਿਨ ਥਰੋਅਰ ਨੇ, ਜਿਹੜੇ ਦੁਨੀਆ ਦੇ ਬੈਸਟ ਜੈਵਲਿਨ ਥਰੋਅਰ ਨੇ, ਉਹ ਵਰਲਡ ਚੈਂਪੀਅਨਸ਼ਿਪ ਪਹੁੰਚੇ ਨੇ। ਉਸ ਦੇ ਵਿੱਚ ਉਹਨਾਂ ਨੂੰ 2 ਗਰੁੱਪ ਬਣਾਏ ਗਏ। ਫਿਲਹਾਲ ਗਰੁੱਪ ਏ ਦਾ ਜਿਹੜਾ ਚੱਲ ਰਿਹਾ ਹੈ ਕੰਪੀਟੀਸ਼ਨ, ਉਹਦੇ ਵਿੱਚ ਜਿਹੜੇ 83 ਮੀਟਰ ਸੁੱਟ ਲੈਣਗੇ, ਜਿੰਨੇ ਵੀ ਐਥਲੀਟਸ ਹੋਣਗੇ ਜੋ 83 ਮੀਟਰ ਜੈਵਲਿਨ ਸੁੱਟਣਗੇ ਉਹ ਫਾਈਨਲੀ ਕੁਆਲੀਫਾਈ ਕਰਦੇ ਆ। ਫਿਲਹਾਲ ਜਿਹੜਾ ਨੀਰਜ ਚੋਪੜਾ ਨੰਬਰ 1 ਤੇ ਚੱਲ ਰਿਹਾ ਔਰ ਪਹਿਲਾ ਥਰੋ ਜਿਹੜਾ ਉਹਨਾਂ ਨੇ ਕੀਤਾ ਸੀ 88.70 ਮੀਟਰ, ਜੋ ਕਿ ਲਗਭਗ 6 ਮੀਟਰ ਜਿਹੜਾ ਕੁਆਲੀਫਾਈਂਗ ਮਾਰਕ ਤੋਂ ਅੱਗੇ ਸੀਗਾ। ਉਸ ਤੋਂ ਬਾਅਦ ਉਹ ਕੁਆਲੀਫਾਈ ਕਰ ਗਏ ਸੀਗੇ। ਔਰ ਜਿਹੜੇ ਭਾਰਤ ਦੇ ਦੂਜੇ ਜਿਹੜੇ ਜੈਵਲਿਨ ਥਰੋਅਰ ਹੈ ਮਨੂ ਡੀਪੀ, ਉਹਨਾਂ ਨੇ ਪਹਿਲਾ ਥਰੋ ਸਿਰਫ 70 ਮੀਟਰ ਦਾ ਸੁੱਟਿਆ, ਲੇਕਿਨ 2 ਚਾਂਸ ਉਹਨਾਂ ਕੋਲ ਹੋਰ ਹੈ। 2 ਚਾਂਸ ਦੇ ਵਿੱਚ ਉਹ ਅੱਗੇ ਜਾ ਸਕਦੇ ਆ। ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਉਹ ਫਾਈਨਲ ਜਾਣਗੇ ਕਿ ਨਹੀਂ ਜਾਣਗੇ। ਲੇਕਿਨ ਨੀਰਜ ਚੋਪੜਾ ਦੀ ਮੈਡਲ ਦੀ ਦਾਅਵੇਦਾਰੀ ਕਾਫੀ ਸਟਰੋਂਗ ਹੈ ਔਰ ਜੇ ਉਹ ਇਹੋ ਹੀ ਫਾਰਮ ਜਿਹੜੀ ਹੈ ਸੰਡੇ ਨੂੰ ਬਰਕਰਾਰ ਰੱਖਦੇ ਨੇ, ਫਿਰ ਭਾਰਤ ਨੂੰ ਪਹਿਲਾ 골ਡ ਮੈਡਲ ਵਰਲਡ ਚੈਂਪੀਅਨਸ਼ਿਪ 'ਚ ਮਿਲ ਸਕਦਾ ਹੈ। ਫਿਲਹਾਲ ਨੀਰਜ ਚੋਪੜਾ ਜਿਹੜੇ ਗਰੁੱਪ ਏ ਆ ਉਹਦੇ ਵਿੱਚ ਟੌਪ ਤੇ ਚੱਲ ਰਹੇ ਆ। ਉਹਨਾਂ ਦੇ ਨਾਲ ਜਿਹੜੇ ਵਰਲਡ ਨੰਬਰ 1 ਹੈ ਜਸਟਿਨ ਵੈਬਰ, ਉਹ ਨੰਬਰ 2 ਤੇ ਚੱਲ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਗਾਇਨਾ ਦੇ ਪੀਟਰਸ ਹੈ ਉਹ ਕਾਫੀ ਸਟਰੋਂਗ ਨੇ, ਦਾਅਵੇਦਾਰੀ ਹੈ ਉਹ 5ਵੇਂ ਨੰਬਰ ਤੇ ਚੱਲ ਰਹੇ ਆ। ਉਹਨਾਂ ਤੋਂ ਪਿੱਛੇ ਜਿਹੜੇ ਮਨੂ ਡੀਪੀ ਹੈ ਉਹ ਚੱਲ ਰਹੇ ਨੇ। ਜਿਹੜੇ 2 ਥਰੋਅਰ ਨੇ, 2 ਥਰੋਜ਼ ਤੋਂ ਬਾਅਦ ਮਨੂ ਡੀਪੀ ਕੋਲ ਚਾਂਸ ਹੋਏਗਾ ਕਿ ਉਹ 83 ਮੀਟਰ ਸੁੱਟਣ ਔਰ ਸੰਡੇ ਨੂੰ ਹੋਣ ਵਾਲੇ ਫਾਈਨਲੀ ਕੁਆਲੀਫਾਈ ਕਰਨ। ਲੇਕਿਨ ਜਿਹੜੀ ਖੁਸ਼ੀ ਦੀ ਗੱਲ ਹੈ ਕਿ ਪਹਿਲੇ ਥਰੋ ਵਿੱਚ ਨੀਰਜ ਚੋਪੜਾ ਜਿਹੜੇ ਹੈ 88.70 ਮੀਟਰ ਉਹਨਾਂ ਨੇ ਥਰੋ ਕੀਤਾ ਤੇ ਉਹ ਨੀਰਜ ਜਿਹੜੇ ਆ ਉਹ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਰਾਊਂਡ ਲਈ ਕੁਆਲੀਫਾਈ ਕਰਨਗੇ, ਜਿਸ
12 ਜਿਹੜੇ ਪਲੇਅਰਸ ਨੇ ਉਹਨਾਂ ਦੀ ਦਾਅਵੇਦਾਰੀ ਹੋਏਗੀ। ਔਰ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਨੀਰਜ ਚੋਪੜਾ ਅਗਲੇ 2 ਥਰੋ ਲੈਂਦੇ ਆ ਜਾਂ ਨਹੀਂ, ਕਿਉਂਕਿ ਹਰ ਥਰੋ ਜਿਹੜਾ ਕਰਨ ਵਾਲਾ ਜਿਹੜਾ ਜੈਵਲਿਨ ਥਰੋਅਰ ਹੈ ਉਹਨੂੰ 3 ਚਾਂਸ ਮਿਲਦੇ ਆ, ਲੇਕਿਨ ਨੀਰਜ ਨੇ ਕਿਉਂਕਿ ਪਹਿਲੇ ਰਾਊਂਡ ਸੀ 6 ਮੀਟਰ ਜ਼ਿਆਦਾ ਜੈਵਲਿਨ ਥਰੋ ਕੀਤਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਰੈਸਟ ਕਰਨਾ ਚਾਹਣਗੇ, ਉਹ ਜਿਹੜੀ ਆਪਣੀ એનર્ਜੀ ਹੈ ਉਹਨੂੰ ਬਚਾ ਕੇ ਰੱਖਣ। ਮੈਨੂੰ ਲੱਗਦਾ ਹੈ ਕਿ ਗੋਲਡ ਮੈਡਲ ਦੀ ਦਾਅਵੇ ਸੰਪਰਕ ਲੱਗਦਾ ਉਹਨਾਂ ਦੇ ਨਾਲ ਕੱਟ ਗਿਆ। ਦੁਬਾਰਾ ਕੋਸ਼ਿਸ਼ ਕਰਾਂਗੇ ਜੇ ਸੰਪਰਕ ਹੋ ਸਕਿਆ ਤਾਂ ਹੋਰ ਵੀ ਜਾਣਕਾਰੀ ਜਿਹੜੀ ਉਹਨਾਂ ਤੋਂ ਲਵਾਂਗੇ। ਤਾਂ ਨੀਰਜ ਚੋਪੜਾ ਇੱਕ ਆਮ ਪਰਿਵਾਰ ਦੇ ਵਿੱਚੋਂ, ਔਰ ਜਦੋਂ ਪਿਛਲੀ ਵਾਰ ਉਹਨਾਂ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ, ਨਾਮ ਦੇਸ਼ ਦਾ ਰੌਸ਼ਨ ਕੀਤਾ ਗਿਆ ਸੀ, ਤਾਂ ਉਸ ਸਮੇਂ ਇਹ ਵੀ ਜਿਹੜਾ ਸਾਹਮਣੇ ਆਇਆ ਕਿ ਬਹੁਤ ਸਾਰੇ ਨੌਜਵਾਨ ਉਤਸ਼ਾਹਿਤ ਹੋਏ ਸੀ ਜੋ ਆਮ ਪਰਿਵਾਰਾਂ ਦੇ ਵਿੱਚੋਂ, ਜਿਨ੍ਹਾਂ ਨੂੰ ਇਹ ਲੱਗਦਾ ਕਿ ਸ਼ਾਇਦ ਖੇਡਾਂ ਦੇ ਵਿੱਚ ਅੱਗੇ ਜਾ ਕੇ ਜੋ ਅਮੀਰ ਲੋਕ ਹੀ ਪਹੁੰਚ ਪਾਉਂਦੇ ਆ ਜਾਂ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਆ। ਤਾਂ ਨੀਰਜ ਚੋਪੜਾ ਨੇ ਉਹਨਾਂ ਦੇ ਲਈ ਇੱਕ ਮਿਸਾਲ ਪੇਸ਼ ਕਰ ਦਿੱਤੀ ਸੀ ਕਿ ਕਿਸਾਨੀ ਪਰਿਵਾਰ ਦੇ ਵਿੱਚੋਂ, ਆਮ ਪਰਿਵਾਰ ਦੇ ਵਿੱਚੋਂ ਹੋਣ ਦੇ ਬਾਵਜੂਦ ਵੀ ਉਹ ਇੰਨੀ ਵੱਡੀ ਉਪਲਬਧੀ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਸਕੇ। ਤਾਂ ਜਗਦੀਪ ਜੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਆ। ਜਗਦੀਪ ਜੀ, ਜਦੋਂ ਪਿਛਲੀ ਵਾਰ ਯਾਦ ਹੈ ਕਿ ਜਦੋਂ ਨੀਰਜ ਚੋਪੜਾ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਔਰ ਇੰਨਾ ਮਾਣ ਹਾਸਲ ਕੀਤਾ ਗਿਆ, ਤਾਂ ਉਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਹੋਰ ਵੀ ਉਤਸ਼ਾਹਿਤ ਹੋਏ ਸੀਗੇ। ਉਹਨਾਂ ਦੇ ਲਈ ਵੀ ਇੱਕ ਪ੍ਰੇਰਨਾ ਬਣੇ ਸੀ ਇਹ ਕਿ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਪਿੰਡਾਂ ਦੇ ਗਰਾਊਂਡ ਦੇ ਵਿੱਚੋਂ ਉੱਠ ਕੇ ਤੇ ਉਹਨਾਂ ਨੇ ਇੱਥੋਂ ਤੱਕ ਦਾ ਸਫ਼ਰ ਜਿਹੜਾ ਉਹ ਤੈਅ ਕਰ ਲਿਆ ਸੀ। ਜਦੋਂ ਇਸ ਤਰ੍ਹਾਂ ਦੀ ਜਿੱਤ ਹੋਰ ਮਿਲੇਗੀ ਤਾਂ ਫਿਰ ਹੋਰ ਵੀ ਨੌਜਵਾਨੀ ਇਸ ਪਾਸੇ ਵੱਲ ਪ੍ਰੇਰਿਤ ਹੋਏਗੀ, ਕਿਉਂਕਿ ਬਹੁਤ ਵਾਰ ਸ਼ਾਇਦ ਨੌਜਵਾਨ ਇਹੀ ਸੋਚਦੇ ਰਹਿੰਦੇ ਆ ਕਿ ਸਾਨੂੰ ਇਸ ਗੇਮ ਦੇ ਵਿੱਚ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ। ਜਤਿੰਦਰ ਦੇਖੋ, ਇਹ ਰਵਾਇਤੀ ਤੌਰ ਤੇ ਜਿਹੜਾ ਫਿਨਲੈਂਡ ਕੰਟਰੀ ਹੈ ਯੂਰਪ ਦੀ, ਉਹਨੂੰ ਮੰਨਿਆ ਗਿਆ ਹੈ ਕਿ ਉਹ ਜੈਵਲਿਨ ਥਰੋ ਦੇ ਵਿੱਚ ਇੱਕ ਵਰਲਡ ਪਾਵਰ ਹਾਊਸ ਹੈ। ਲੇਕਿਨ ਖਾਸ ਗੱਲ ਇਹ ਹੈ ਕਿ ਜਿਹੜਾ ਭਾਰਤ ਜਿਹੜਾ, ਕਿਉਂਕਿ ਜਿਵੇਂ ਟੋਕੀਓ 올림픽ਸ ਗੋਲਡ ਮੈਡਲ ਜਿੱਤਿਆ ਸੀ ਨੀਰਜ ਨੇ, ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਇੰਡੀਅਨ ਐਥਲੀਟਸ ਹੈ ਉਹ ਪ੍ਰੇਰਨਾ ਲੈ ਰਹੇ ਆ ਨੀਰਜ ਚੋਪੜਾ ਤੋਂ ਕਿ ਅਗਰ ਨੀਰਜ ਚੋਪੜਾ ਗੋਲਡ ਮੈਡਲ ਜਿੱਤ ਸਕਦਾ, ਸ਼ਾਇਦ ਕੋਈ ਵੀ ਗੋਲਡ ਮੈਡਲ ਜਿੱਤ ਸਕਦਾ। ਸੋ ਇਸੇ ਕਰਕੇ ਪਹਿਲੀ ਵਾਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ 3 ਜੈਵਲਿਨ ਥਰੋਅਰ ਜਿਹੜੇ ਆ ਉਹ ਪਾਰਟਿਸਿਪੇਟ ਕਰ ਰਹੇ ਆ। ਇੰਡੀਆ ਦੇ ਜਿਹੜੇ ਟੌਪ 37 ਲੋਕ ਜਿਹੜੇ ਕੁਆਲੀਫਾਈ ਕੀਤੇ ਆ ਐਥਲੀਟ ਜਿਹੜੇ, ਉਹਨਾਂ 'ਚ 3 ਭਾਰਤੀ ਨੇ। ਇਹ ਪਹਿਲਾ ਮੌਕਾ ਹੈ ਜਦੋਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ 3 ਜਿਹੜੇ ਇੰਡੀਅਨ ਨੇ ਉਹ ਪਾਰਟਿਸਿਪੇਟ ਕਰ ਰਹੇ ਆ। ਤਾਂ ਨੀਰਜ ਜਿਹੜੇ ਆ ਆਲਰੇਡੀ ਕੁਆਲੀਫਾਈ ਕਰ ਰਹੇ ਆ। ਹੁਣ ਦੇਖਣਾ ਹੋਏਗਾ ਕਿ ਜਿਹੜੇ ਕਿਸ਼ੋਰ ਜੈਨਾ ਹੈ ਔਰ ਮਨੂ ਡੀਪੀ ਨੇ, ਉਹ ਉਹਨਾਂ ਦੀ ਪਰਫਾਰਮੈਂਸ ਕਿਵੇਂ ਰਹਿੰਦੀ ਹੈ। ਜਿਵੇਂ ਤੁਸੀਂ ਗੱਲ ਕਰ ਰਹੇ ਕਿ ਨੀਰਜ ਦੀ ਪਰਫਾਰਮੈਂਸ ਦਾ ਬਿਲਕੁਲ ਅਸਰ ਦਿਖੇਗਾ, ਕਿਉਂਕਿ ਪਹਿਲੇ ਹੀ ਥਰੋ ਦੇ ਵਿੱਚ ਨੀਰਜ ਨੇ ਜਿਹੜਾ ਪਹਿਲਾ ਥਰੋ ਕੀਤਾ ਸੀਗਾ 6 ਮੀਟਰ ਜ਼ਿਆਦਾ ਕੀਤਾ ਸੀ ਕੁਆਲੀਫਾਈਂਗ ਮਾਰਕ ਤੋਂ। ਉਸ ਤੋਂ ਬਾਅਦ ਲੱਗਦਾ ਹੈ ਕਿ ਜਿਹੜੇ ਬਾਕੀ ਜਿਹੜੇ ਦੋਨੋਂ ਐਥਲੀਟ ਹੈ ਉਹਨਾਂ ਨੂੰ ਵੀ ਇੱਕ ਹੌਸਲਾ ਮਿਲੇਗਾ, ਕਿਉਂਕਿ ਜਦੋਂ 3 ਇੱਕ ਕੰਟਰੀ ਦੇ ਪਾਰਟਿਸਿਪੇਟ ਕਰਦੇ ਆ ਪਲੇਅਰ, ਉਸ ਤੋਂ ਬਾਅਦ ਜਿਹੜੀ ਉੱਥੇ ਮਾਹੌਲ ਦੇਖਣ ਨੂੰ ਮਿਲਦਾ, ਕਿਉਂਕਿ ਅਸੀਂ ਦੇਖਿਆ ਅਮਰੀਕਾ ਦਾ ਦਬਦਬਾ ਸਪ੍ਰਿੰਟਸ ਵਿੱਚ ਹੈ। ਆਮ ਤੌਰ ਤੇ ਅਮਰੀਕਨ ਐਥਲੀਟ 3 ਜਿਹੜੇ ਐਥਲੀਟ ਹੁੰਦੇ ਆ 100 ਮੀਟਰ ਜਿੱਤਦੇ ਆ, ਜਾਂ ਜਿਹੜੇ ਜਮਾਈਕਨ ਐਥਲੀਟ ਹੁੰਦੇ ਆ। ਪਹਿਲੀ ਵਾਰ ਮੌਕਾ ਹੈ, ਪਹਿਲੀ ਵਾਰ ਕੋਈ ਭਾਰਤੀ 3 ਐਥਲੀਟ ਇੱਕ ਈਵੈਂਟ ਪਾਰਟਿਸਿਪੇਟ ਕਰ ਰਹੇ ਆ। ਔਰ ਖੁਸ਼ੀ ਦੀ ਗੱਲ ਹੈ ਕਿ ਨੀਰਜ ਨੇ ਪਹਿਲੇ ਥਰੋ ਦੇ ਵਿੱਚ 88.77 ਮੀਟਰ ਸੁੱਟ ਕੇ ਸੰਡੇ ਨੂੰ ਹੋਣ ਵਾਲੇ ਫਾਈਨਲ ਦੀ ਜਗ੍ਹਾ ਬਣਾ ਲਈ ਹੈ। ਔਰ ਬਾਕੀ ਜਿਹੜੇ ਹੈ ਦੋਨੋਂ ਥਰੋਜ਼ ਦਾ ਹੁਣ ਦੇਖਣ ਵਾਲੀ ਗੱਲ ਹੋਊਗੀ। ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਮਨੂ ਡੀਪੀ ਜਿਹੜੇ ਆ ਉਹਨਾਂ ਦਾ ਜਿਹੜਾ ਮੈਚ ਹੈ, ਜਿਹੜਾ ਉਹਨਾਂ ਦਾ ਥਰੋ, ਉਹਨਾਂ ਦੀ ਵਾਰੀ ਆ ਰਹੀ ਹੈ। ਸੋ ਇਹੀ ਉਮੀਦ ਹੈ ਕਿ ਉਹ 83 ਮੀਟਰ ਸੁੱਟ ਲੈਣ, ਕਿਉਂਕਿ ਉਹ ਪਹਿਲਾਂ ਵੀ ਉਹਨਾਂ ਦਾ ਜਿਹੜਾ ਪਰਸਨਲ ਬੈਸਟ ਹੈ ਕਿ ਲਗਭਗ 84 ਮੀਟਰ ਹੈ। ਔਰ ਲੱਗਦਾ ਹੈ ਜੇ ਉਹ ਪੂਰੀ ਫਾਰਮ 'ਚ ਰਹਿਣ, ਵਧੀਆ ਕਰਨਗੇ, ਤੇ ਸ਼ਾਇਦ ਉਹ ਵੀ ਪਹੁੰਚ ਜਾਣਗੇ ਕੁਆਲੀਫਾਈਂਗ ਮਾਰਕ। ਹਾਲਾਂਕਿ ਦੂਸਰਾ ਥਰੋ ਜਿਹੜਾ ਉਹਨਾਂ ਦਾ ਉਹ ਵੀ ਉਹਨਾਂ ਵਧੀਆ ਨਹੀਂ ਹੋਇਆ, ਲੇਕਿਨ ਉਮੀਦ ਕਰਦੇ ਆ ਕਿ ਜਿਹੜਾ ਤੀਸਰਾ ਥਰੋ ਹੋਏਗਾ ਉਸ ਵਿੱਚ ਉਹ ਕੁਆਲੀਫਿਕੇਸ਼ਨ ਮਾਰਕ 83 ਮੀਟਰ ਹੈ ਉਹਨੂੰ ਕ੍ਰਾਸ ਕਰਨਗੇ। ਲੇਕਿਨ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਨੀਰਜ ਚੋਪੜਾ ਗਰੁੱਪ ਏ ਨੂੰ ਫਿਲਹਾਲ ਲੀਡ ਕਰ ਰਿਹਾ, ਟੌਪ ਤੇ ਬਣੇ ਹੋਏ ਨੇ 88.70 ਮੀਟਰ ਨੇ ਜੈਵਲਿਨ ਸੁੱਟ ਕੇ। ਤੇ ਹੁਣ ਬਾਕੀ ਦੋਨੋਂ ਪਲੇਅਰ ਵੀ ਜੇ ਕੁਆਲੀਫਾਈ ਕਰਦੇ ਨੇ ਤੇ ਕਾਫੀ ਜਿਹੜਾ ਚੰਗਾ ਹੋਏਗਾ। ਜਿਹੜਾ ਦੂਸਰਾ ਥਰੋ ਹੈ ਮਨੂ ਦਾ, ਉਹ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਰਿਹਾ, ਉਹ ਵੀ 78 ਮੀਟਰ ਦੇ ਸੁੱਟਿਆ ਹੈ ਤੇ ਫਿਲਹਾਲ ਉਹ ਕਾਫੀ ਪਿੱਛੇ ਚੱਲ ਰਿਹਾ। ਉਹਨਾਂ ਕੋਲ ਇੱਕ ਚਾਂਸ ਹੈ ਦੁਬਾਰਾ ਕੁਆਲੀਫਾਈ ਕਰਨ ਦਾ, ਔਰ ਅਗਰ ਉਹ ਇਸ ਨੂੰ ਕੁਆਲੀਫਾਈ ਕਰਦੇ ਆ ਇਸ ਥਰੋ ਦੇ ਵਿੱਚ 83 ਮੀਟਰ ਸੁੱਟ ਲੈਣਗੇ ਤੇ ਫਿਰ ਉਹ ਸੰਡੇ ਨੂੰ ਫਾਈਨਲ ਜਿਹੜਾ ਮੈਚ ਹੋਏਗਾ ਉਸ ਵਿੱਚ ਉਹ ਆਣਗੇ। ਸਿੰਦਰ
ਇੱਕ ਜਗਦੀਪ ਜੀ, ਜੇ ਆਪਾਂ ਪੰਜਾਬ ਤੇ ਹਰਿਆਣਾ ਦਾ ਜ਼ਿਕਰ ਕਰੀਏ, ਕਿਉਂਕਿ ਹਰਿਆਣਾ ਦੇ ਨਾਲ ਇਹ ਸੰਬੰਧਿਤ ਹੈ, ਤੇ ਪੰਜਾਬ ਦੇ ਵਿੱਚੋਂ ਹਾਲਾਂਕਿ ਹਾਕੀ ਦਾ ਜੇ ਆਪਾਂ ਜ਼ਿਕਰ ਕਰੀਏ ਜਾਂ ਕ੍ਰਿਕਟ ਦੇ ਵਿੱਚ ਵੀ ਖਿਡਾਰੀ ਗਏ ਆ, ਪਰ ਇਸ ਤਰ੍ਹਾਂ ਦੀਆਂ ਗੇਮਾਂ ਦੇ ਵਿੱਚ ਬਹੁਤ ਘੱਟ ਖਿਡਾਰੀ ਨਜ਼ਰ ਆਉਂਦੇ ਨੇ। ਹਰਿਆਣਾ ਦੇ ਕੁਸ਼ਤੀ ਦੇ ਵਿੱਚ, ਰੈਸਲਿੰਗ ਦੇ ਵਿੱਚ ਬਹੁਤ ਸਾਰੇ ਖਿਡਾਰੀ ਆ, ਜੈਵਲਿਨ ਥਰੋ ਦੇ ਵਿੱਚ ਨੀਰਜ ਚੋਪੜਾ ਹੋ ਗਏ, ਇਸ ਤੋਂ ਇਲਾਵਾ ਬਾਕਸਿੰਗ ਦੇ ਵਿੱਚ ਵੀ ਬੜੇ ਨਾਮੀ ਖਿਡਾਰੀ ਹੋਏ ਆ। ਕੀ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਨੀਤੀਆਂ ਦਾ ਫਰਕ ਜਿਹੜਾ ਉਹ ਰਹਿ ਜਾਂਦਾ, ਕਿਉਂਕਿ ਪੰਜਾਬ ਦੇ ਵਿੱਚ ਵੀ ਪੋਟੈਂਸ਼ੀਅਲ ਘੱਟ ਨਹੀਂ, ਪਰ ਉਹਨਾਂ ਨੂੰ ਸਹੀ ਪਾਥ ਨਹੀਂ ਮਿਲ ਪਾਉਂਦਾ ਜਾਂ ਉਸ ਤਰ੍ਹਾਂ ਦੀ ਸਹੂਲਤਾਂ ਨਹੀਂ ਮਿਲਦੀਆਂ ਸ਼ਾਇਦ। ਜਿੰਦਰ ਦੇਖੋ, ਰਵਾਇਤੀ ਤੌਰ ਤੇ ਜਿਵੇਂ ਮੈਂ ਦੱਸਿਆ ਕਿ ਯੂਰਪੀਅਨ ਪਲੇਅਰ ਜਿਹੜੇ, ਫਿਨਲੈਂਡ ਇੱਕ ਕੰਟਰੀ ਹੈ ਜਿਹਨੇ ਜ਼ਿਆਦਾਤਰ 올림픽ਸ ਔਰ ਵਰਲਡ ਚੈਂਪੀਅਨਸ਼ਿਪ ਦੇ ਐਥਲੀਟ ਜਿਹੜੇ ਉਹਨਾਂ ਨੇ ਪ੍ਰੋਡਿਊਸ ਕੀਤੇ ਆ, ਲੇਕਿਨ ਭਾਰਤ ਦਾ ਕੋਈ ਪਲੇਅਰ ਜੈਵਲਿਨ ਵਿੱਚ 2-3 ਸਾਲ ਪਹਿਲਾਂ ਇੱਕ ਇੰਪੋਸੀਬਲ ਜੀ ਗੱਲ ਲੱਗਦੀ ਸੀ। ਲੇਕਿਨ ਨੀਰਜ ਦੀ ਗੱਲ ਕਰੀਏ, ਸਰਕਾਰ ਦਾ ਮੈਂ ਕਹਾਂਗਾ ਕੋਈ ਯੋਗਦਾਨ ਨਹੀਂ ਹੈ, ਸਾਰੀ ਦੀ ਸਾਰੀ ਮਿਹਨਤ ਨੀਰਜ ਦੀ ਆ। ਔਰ ਖਾਸ ਤੌਰ ਤੇ ਉਹਨਾਂ ਦੇ ਜਿਹੜੇ ਚੰਡੀਗੜ੍ਹ ਵਿੱਚ ਜਿਹੜੇ ਸ਼ੁਰੂਆਤੀ ਦੌਰ ਤੇ ਉਹਨਾਂ ਦੇ ਕੋਚ ਸੀ ਗਵਰਨਮੈਂਟ ਕਾਲਜ 'ਚ, ਉਹਨਾਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਰਿਹਾ। ਔਰ ਮੈਂ ਅਕਸਰ ਕਹਿੰਦਾ ਹੁੰਦਾ ਕਿ ਕਰੋੜਾਂ ਰੁਪਏ ਜਿਹੜੇ ਐਥਲੀਟਾਂ ਨੂੰ ਦਿੱਤੇ ਜਾਂਦੇ ਆ ਮੈਡਲ ਜਿੱਤਣ ਤੋਂ ਬਾਅਦ, ਲੇਕਿਨ ਸਰਕਾਰ ਨੂੰ ਚਾਹੀਦਾ ਕਿ ਅਗਰ ਕੋਈ ਐਥਲੀਟ ਜਿਹੜਾ ਹੈ ਉਹਨੂੰ ਉੱਥੇ ਪਹੁੰਚਾਉਣ ਵਿੱਚ ਕਰੋੜਾਂ ਰੁਪਏ ਖਰਚ ਹੋਣੇ ਚਾਹੀਦੇ, ਕਿਉਂਕਿ ਬੜੀ ਵੱਡੀ ਗੱਲ ਹੈ ਕਿ 23 ਸਾਲ ਦੀ ਉਮਰ ਦੇ ਵਿੱਚ 올림픽 ਚੈਂਪੀਅਨ ਬਣਨਾ ਨੀਰਜ ਬਣਿਆ ਸੀ। ਉਸ ਤੋਂ ਬਾਅਦ ਪਲੇਅਰਸ ਨੂੰ ਇੱਕ ਮੋਟੀਵੇਸ਼ਨ ਨਹੀਂ ਰਹਿੰਦੀ ਕਿ ਅੱਗੇ ਕੀ ਕਰਨਾ, ਲੇਕਿਨ ਦਾਦ ਦੇਣੀ ਪਏਗੀ ਹਰਿਆਣਾ ਦੇ ਪੁੱਤਰ ਨੀਰਜ ਦੀ, ਜਿਹਨੇ ਕਿ ਆਪਣੇ ਅਨੋਖਾ ਸਟਾਈਲ ਤੁਸੀਂ ਦੇਖੋਗੇ ਸਕਰੀਨ ਤੇ ਕਿਵੇਂ ਉਹ ਆਪਣਾ ਜਿਹੜਾ ਥਰੋ ਕਰਦੇ ਆ, ਬੜਾ ਹੀ ਇੱਕ ਡਿਫਰੈਂਟ ਸਟਾਈਲ ਹੈ। ਉਹ ਪੂਰੀ એનર્ਜੀ ਲਗਾ ਕੇ ਥਰੋ ਕਰਕੇ ਉੱਥੇ ਡਿੱਗ ਪੈਂਦੇ ਆ, ਉਹਦੇ ਨਾਲ ਉਹਨਾਂ ਨੂੰ ਐਕਸਟਰਾ ਇੱਕ ਯਾਰਡ ਮਿਲਦਾ ਹੈ। ਸੋ ਉਹਦਾ ਬੜਾ ਇੱਕ ਯੋਗਦਾਨ ਰਹਿੰਦਾ ਹੈ। ਔਰ ਜਿਹੜੀ ਟੈਕਨੀਕ ਉਹਨਾਂ ਦੀ ਨਵੀਂ ਟੈਕਨੀਕ ਸੀ, ਉਸ ਟੈਕਨੀਕ ਦਾ ਇਸਤੇਮਾਲ ਕਰਕੇ ਬਹੁਤ ਸਾਰੇ ਜਿਹੜੇ ਇੰਡੀਅਨ ਐਥਲੀਟ ਨੇ ਉਹ ਵੀ ਉਹਨਾਂ ਨੂੰ ਕਾਪੀ ਕਰ ਰਹੇ ਨੇ। ਵਰਲਡ ਲੈਵਲ ਤੇ ਵੀ ਨੀਰਜ ਨੂੰ ਕਾਪੀ ਕੀਤਾ ਜਾ ਰਿਹਾ ਹੈ। ਔਰ ਉਮੀਦ ਹੈ ਕਿ ਜਿਹੜਾ ਭਾਰਤ ਹੈ ਉਹ ਜੈਵਲਿਨ ਥਰੋ ਦੇ ਵਿੱਚ ਇੱਕ ਬਹੁਤ ਵੱਡਾ ਪਾਵਰ ਹਾਊਸ ਬਣ ਜਾਏਗਾ, ਕਿਉਂਕਿ ਤਿੰਨ ਜਿਹੜੇ ਐਥਲੀਟ ਨੇ ਪੰਜਾਬ ਦੇ, ਮਾਫ ਕਰਨਾ ਇੰਡੀਆ ਦੇ, ਉਹ ਕੁਆਲੀਫਾਈ ਕਰ ਚੁੱਕੇ ਆ। ਔਰ ਅਗਰ ਬਾਕੀ ਦੋਨੋਂ ਐਥਲੀਟ ਜਿਹੜੇ ਉਹਨਾਂ ਦੇ ਜਿਹੜੇ ਦੋਨੋਂ ਐਥਲੀਟਾਂ ਦੇ ਰਾਊਂਡ ਹੋਰ ਬਾਕੀ, ਉਹਨਾਂ ਕੋਲ ਚਾਂਸ ਬਾਕੀ ਹੈ, ਅਗਰ ਉਹ 83 ਮੀਟਰ ਸੁੱਟਣਗੇ ਤੇ ਭਾਰਤ ਦੇ 3 ਐਥਲੀਟ ਉਹ ਸੰਡੇ ਨੂੰ ਹੋਣ ਵਾਲੇ ਫਾਈਨਲ 'ਚ ਦਿਖਣਗੇ। ਫਿਲਹਾਲ ਬਹੁਤ ਖੁਸ਼ੀ ਦੀ ਗੱਲ ਹੈ ਕਿ ਨੀਰਜ ਨੇ ਇੱਕ ਰਸਤਾ ਦਿਖਾਇਆ ਹੈ ਇੰਡੀਅਨ ਐਥਲੈਟਿਕਸ ਨੂੰ, ਸੇਧ ਦਿੱਤੀ ਹੈ। ਔਰ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਪਪੂਲਰ ਹੋ ਰਿਹਾ ਹੈ ਐਥਲੈਟਿਕਸ ਖਾਸ ਕਰਕੇ ਜੈਵਲਿਨ, ਮੈਨੂੰ ਲੱਗਦਾ ਕਿ ਆਉਣ ਵਾਲੇ ਕਈ ਸਾਲਾਂ ਤੱਕ ਭਾਰਤ ਦਾ ਦਬਦਬਾ ਜੈਵਲਿਨ 'ਚ ਰਹੇਗਾ। ਮੈਂ ਇੱਕ ਹੋਰ ਦੱਸਦਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਹਰਿਆਣਵੀ ਪਲੇਅਰਸ ਨੇ ਉਹ ਬਾਕਸਿੰਗ ਵਿੱਚ, ਰੈਸਲਿੰਗ ਵਿੱਚ ਬਹੁਤ ਵਧੀਆ ਹੁੰਦੇ ਆ, ਲੇਕਿਨ ਜੈਵਲਿਨ ਜਿਹੜੀ ਹੈ ਇੱਕ ਬੜਾ ਡਿਫਰੈਂਟ ਸਪੋਰਟ ਹੈ ਔਰ ਟੈਕਨੀਕ ਦੀ ਬੜੀ ਜਾਨ ਲੱਗਦੀ ਹੈ ਇਹਦੇ 'ਚ। ਔਰ ਖਾਸ ਗੱਲ ਇਹਦੇ ਵਿੱਚ ਕੀ ਹੈ ਕਿ ਨੀਰਜ ਦਾ ਕੋਈ ਡੀਲ ਡੋਲ ਹੈ ਬਹੁਤ ਜ਼ਿਆਦਾ ਨਹੀਂ ਹੈ। ਤੁਸੀਂ ਆਮ ਤੌਰ ਤੇ ਦੇਖੋਗੇ ਜਿਹੜੇ ਜੈਵਲਿਨ ਥਰੋਅਰਸ ਹੁੰਦੇ ਆ ਉਹਨਾਂ ਦੀ ਹਾਈਟ ਬਹੁਤ ਜ਼ਿਆਦਾ ਹੁੰਦੀ ਹੈ, ਬਹੁਤ ਉਹਨਾਂ ਦੀ ਮਤਲਬ ਜਿਹੜੀ ਫਿਜ਼ੀਕ ਹੁੰਦੀ ਹੈ ਉਹ ਬਹੁਤ ਸਟਰੋਂਗ ਹੁੰਦੀ ਹੈ। ਹਾਲਾਂਕਿ ਨੀਰਜ ਦੀ ਹਾਈਟ 6 ਫੀਟ ਹੈ, ਉਸ ਦੇ ਬਾਵਜੂਦ ਨੀਰਜ ਦੀ ਟੈਕਨੀਕ ਜਿਹੜੀ ਹੈ ਉਸ ਦਾ ਉਹਨਾਂ ਨੂੰ ਕਾਫੀ ਫਾਇਦਾ ਹੁੰਦਾ ਹੈ, ਉਸੇ ਕਰਕੇ ਉਹ ਥਰੋ ਕਰਦੇ ਆ। ਔਰ ਇਹ ਵੀ ਉਮੀਦ ਕਰਦੇ ਆ ਕਿ ਉਹਨਾਂ ਦਾ ਪਰਸਨਲ ਬੈਸਟ ਜਿਹੜਾ ਹੈ ਜੋ ਕਿ 89.94 ਮੀਟਰ ਹੈ, ਯਾਨੀ ਕਿ 90 ਮੀਟਰ ਨੂੰ ਉਹ ਟੱਚ ਨਹੀਂ ਕਰ ਪਾਏ। ਸੋ ਇਹ ਵੀ ਉਮੀਦ ਹੈ ਕਿ 골ਡ ਮੈਡਲ ਦੇ ਨਾਲ ਨਾਲ ਉਹ ਆਪਣਾ ਪਹਿਲਾ ਜਿਹੜਾ 90 ਮੀਟਰ ਦਾ ਥਰੋ ਹੈ ਉਹ ਇਸ ਚੈਂਪੀਅਨਸ਼ਿਪ ਸੁੱਟਣਗੇ, ਕਿਉਂਕਿ ਇੱਕ ਐਥਲੀਟ ਦੀ ਜ਼ਿੰਦਗੀ ਵਿੱਚ ਬੜੇ ਚੰਦ ਸਾਲ ਹੁੰਦੇ ਜਦੋਂ 골ਡਨ ਪੀਕ ਤੇ ਹੁੰਦਾ, 골ਡਨ ਪੀਰੀਅਡ ਤੇ ਹੁੰਦਾ। ਸੋ ਫਿਲਹਾਲ ਨੀਰਜ ਇੱਕ ਪੀਕ ਤੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਪਰ ਇਸ ਵਾਰ ਥਰੋ ਜਿਹੜਾ ਅਗਰ ਉਹ ਕਰਦੇ ਨੇ, ਵਧੀਆ ਪ੍ਰਦਰਸ਼ਨ ਕਰਦੇ ਨੇ, ਤੇ ਉਹ ਮੈਨੂੰ ਲੱਗਦਾ ਯਕੀਨਨ ਤੌਰ ਤੇ ਉਹ ਆਪਣਾ ਵਰਲਡ ਚੈਂਪੀਅਨ ਬਣਨਗੇ। ਫਿਲਹਾਲ ਮੈਂ ਦੱਸਦਾ ਜਿਹੜੇ ਵੈਬਰ ਨੇ, ਜਿਹੜੇ ਕਿ ਵਰਲਡ ਦੇ ਨੰਬਰ 1 ਜਿਹੜੇ ਜੈਵਲਿਨ ਥਰੋ ਨੇ, ਉਹਨਾਂ ਤੋਂ ਪਿੱਛੇ ਚੱਲ ਰਹੇ ਆ। ਉਹਨਾਂ ਨੇ 82 ਮੀਟਰ ਜੈਵਲਿਨ ਸੁੱਟਿਆ, ਜਦਕਿ ਨੀਰਜ ਨੇ 6 ਮੀਟਰ ਜ਼ਿਆਦਾ ਉਸ ਤੋਂ ਸੁੱਟ ਚੁੱਕੇ ਆ। ਔਰ ਇੱਕ ਮਜ਼ੇ ਦੀ ਗੱਲ ਇਹ ਹੈ ਕਿ 17 ਐਥਲੀਟਾਂ ਦੇ ਵਿੱਚੋਂ ਨੀਰਜ ਸਿਰਫ ਇੱਕ ਹੀ ਐਥਲੀਟ ਨੇ ਜਿਹੜੇ ਫਿਲਹਾਲ ਕੁਆਲੀਫਾਈ ਕਰ ਚੁੱਕੇ ਆ। ਗਰੁੱਪ ਏ ਦੇ ਵਿੱਚ 16 ਪਲੇਅਰ ਜਿਹੜੇ ਨੇ, 16 ਐਥਲੀਟ ਹੈ, ਉਹ ਸਾਰੇ ਦੇ ਸਾਰੇ ਜਿਹੜੇ ਹੈ 83 ਮੀਟਰ ਨਹੀਂ ਸੁੱਟ ਪਾਏ। ਆਪਣਾ ਜਿਹੜਾ ਦੂਜਾ ਐਥਲੀਟ ਹੈ ਉਹ 6ਵੇਂ ਨੰਬਰ ਤੇ ਚੱਲ ਰਿਹਾ ਹੈ। ਸੋ ਉਮੀਦ ਹੈ ਕਿ ਸ਼ਾਇਦ ਜਿਹੜੇ ਅਗਰ 83 ਮੀਟਰ ਉਹ ਨਹੀਂ ਟੱਚ ਕਰ ਪਾਣਗੇ ਤੇ ਜਿਹੜੇ ਬੈਸਟ ਜਿਹੜੇ 6 ਐਥਲੀਟਸ ਹੋਣਗੇ ਉਹਨਾਂ ਨੂੰ ਕੰਸੀਡਰ ਕੀਤਾ ਜਾਏਗਾ। ਔਰ ਇਹ ਵੀ ਉਮੀਦ ਕਰ ਰਹੇ ਹਾਂ ਕਿ ਜਿਹੜੇ ਕਿਸ਼ੋਰ ਜੈਨਾ ਔਰ ਮਨੂ ਡੀਪੀ ਨੇ ਉਹ ਦੋਨੋਂ ਹੀ ਜੈਵਲਿਨ ਥਰੋ ਵਿੱਚ ਫਾਈਨਲ 'ਚ ਦਿਖਣਗੇ, ਕਿਉਂਕਿ ਨੀਰਜ ਆਲਰੇਡੀ ਕੁਆਲੀਫਾਈ ਕਰ ਚੁੱਕੇ ਆ। ਔਰ ਇੱਕ ਮੈਂ ਹੋਰ ਦੱਸਦਾ, ਭਾਵੇਂ ਉਹਨਾਂ ਨੇ 88 ਮੀਟਰ ਸੁੱਟਤਾ, ਲੇਕਿਨ ਸੰਡੇ ਨੂੰ ਜਿਹੜੀ ਚੈਂਪੀਅਨਸ਼ਿਪ ਹੋਏਗੀ, ਫਾਈਨਲ ਰਾਊਂਡ ਹੋਏਗਾ, ਉਹਨਾਂ ਨੂੰ ਦੁਬਾਰਾ ਇਹ ਪ੍ਰਦਰਸ਼ਨ ਦੁਹਰਾਉਣਾ ਪਏਗਾ। ਇਹ ਨਹੀਂ ਹੋਏਗਾ ਕਿ 88 ਮੀਟਰ ਤੇ ਉਹਨਾਂ ਨੂੰ 골ਡ ਮਿਲੇਗਾ, ਉਹਨਾਂ ਨੂੰ ਦੁਬਾਰਾ ਇਹ ਸੁੱਟਣਾ ਪਏਗਾ ਤਾਂ ਹੀ ਉਹ ਕੁਆਲੀਫਾਈ ਕਰਨਗੇ। ਸੋ ਹੈਰਾਨੀ ਦੀ ਗੱਲ ਹੈ ਕਿ ਜਿਹੜੇ 17 ਜਿਹੜੇ ਨੇ ਟੋਟਲ ਜਿਹੜੇ ਐਥਲੀਟਸ ਹੈ, ਜਿਹੜੇ ਜੈਵਲਿਨ ਥਰੋਅਰ ਹੈ, ਉਹਨਾਂ ਚੋਂ 16 ਜਿਹੜੇ ਆ ਉਹ 83 ਮੀਟਰ ਦੇ ਆਸ-ਪਾਸ ਵੀ ਨਹੀਂ ਹੈ। ਔਰ ਨੀਰਜ ਨੇ ਪਹਿਲਾ ਥਰੋ 88.77 ਮੀਟਰ ਸੁੱਟ ਕੇ
ਕੁਆਲੀਫਾਈ ਕਰ ਲਿਆ। ਦੇਸ਼ ਲਈ ਬਹੁਤ ਹੀ ਗੌਰਵ ਦੀ ਗੱਲ ਹੈ ਕਿ ਨੀਰਜ ਨੇ ਦੇਸ਼ ਦਾ ਮਾਣ ਵਧਾਇਆ, ਔਰ ਇਹ ਵੀ ਉਮੀਦ ਕਰ ਰਹੇ ਹਾਂ ਕਿ 올림픽ਸ ਤੋਂ ਬਾਅਦ ਭਾਰਤ ਨੂੰ ਪਹਿਲਾ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਜਿਹੜਾ ਇੰਡੀਵਿਜੂਅਲ ਹੈ ਉਹ ਨੀਰਜ ਦਿਲਾਣਗੇ। ਜਤਿੰਦਰ ਠੀਕ ਹੈ ਜਗਦੀਪ ਜੀ, ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਤਾਂ ਇੱਕ ਵੱਡੀ ਜਿਹੜੀ ਆ ਉਪਲਬਧੀ ਇੱਕ ਵਾਰ ਫਿਰ ਤੋਂ ਨੀਰਜ ਚੋਪੜਾ ਵੱਲੋਂ ਹਾਸਲ ਕੀਤੀ ਗਈ ਹੈ ਤੇ ਉਮੀਦ ਇਹੀ ਹੈ ਕਿ ਐਤਵਾਰ ਨੂੰ ਜਦੋਂ ਫਾਈਨਲ ਮੁਕਾਬਲਾ ਹੋਏਗਾ ਤਾਂ ਉਸ ਦੇ ਵਿੱਚ ਵੀ ਉਹ ਦੇਸ਼ ਨੂੰ ਮੈਡਲ ਦਿਵਾਉਣ ਦੇ ਵਿੱਚ ਕਾਮਯਾਬ ਹੋਣਗੇ, ਕਿਉਂਕਿ ਇਸ ਵਕਤ ਜੋ ਮੁਕਾਬਲਾ ਚੱਲ ਰਿਹਾ, ਇਸ ਵਕਤ ਜੋ ਕੁਆਲੀਫਾਈਂਗ ਰਾਊਂਡ ਚੱਲ ਰਿਹਾ ਤਾਂ ਉਸ ਦੇ ਵਿੱਚ ਜੋ ਗਰੁੱਪ ਨੀਰਜ ਚੋਪੜਾ ਵਾਲਾ ਉਹਨਾਂ ਦੇ ਵਿੱਚ ਹਾਲੇ ਤੱਕ ਕੋਈ ਵੀ ਪਲੇਅਰ ਜਿਹੜਾ ਉਹ ਜੋ ਰੱਖੀ ਗਈ ਹੈ ਇੱਕ ਸੀਮਾ ਰੱਖੀ ਗਈ ਹੈ, ਤਾਂ ਉਸ ਤੋਂ ਯਾਨੀ ਕਿ ਕੁਆਲੀਫਾਈ ਕਰਨ ਦੇ ਲਈ ਜੋ 83 ਮੀਟਰ ਦੀ ਦੂਰੀ ਰੱਖੀ ਗਈ ਆ ਉੱਥੋਂ ਤੱਕ ਵੀ ਜੈਵਲਿਨ ਆਪਣਾ ਨਹੀਂ ਪਹੁੰਚਾ ਸਕੇ। ਤੇ ਜੋ ਨੀਰਜ ਚੋਪੜਾ ਵੱਲੋਂ ਉਹ 88 ਮੀਟਰ ਤੋਂ ਵੱਧ ਦਾ ਜੈਵਲਿਨ ਥਰੋ ਸੁੱਟ ਕੇ ਕੁਆਲੀਫਾਈ ਕੀਤਾ ਗਿਆ ਤੇ ਹੁਣ ਐਤਵਾਰ ਨੂੰ ਜਦੋਂ ਮੁਕਾਬਲਾ ਹੋਏਗਾ ਤਾਂ ਉਸ ਦੇ ਵਿੱਚ ਵੀ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸੇ ਤਰ੍ਹਾਂ ਹੀ ਉਹ ਜਿਹੜਾ ਉਹ ਇੱਕ ਚੰਗੀ ਪਰਫਾਰਮੈਂਸ ਦਿਖਾਉਣਗੇ ਤੇ ਦੇਸ਼ ਦੀ ਝੋਲੀ ਦੇ ਵਿੱਚ 골ਡ ਮੈਡਲ ਪਾਉਣਗੇ। ਤਾਂ ਇਸ ਤੋਂ ਪਹਿਲਾਂ ਟੋਕੀਓ 올림픽ਸ ਦੇ ਵਿੱਚ ਉਹਨਾਂ ਨੇ ਕਮਾਲ ਦਿਖਾਇਆ ਸੀ ਜਦੋਂ ਉਹਨਾਂ ਦੇ ਵੱਲੋਂ 골ਡ ਮੈਡਲ ਜਿੱਤਿਆ ਗਿਆ। ਸਿੰਗਲ 골ਡ ਮੈਡਲ ਸੀਗਾ, ਸਿੰਗਲ ਖਿਡਾਰੀ ਦਾ ਜੋ ਉਹਨਾਂ ਨੇ ਜਿੱਤਿਆ ਸੀਗਾ। ਔਰ ਖਾਸ ਤੌਰ ਦੇ ਉੱਤੇ ਜਦੋਂ ਉਸ ਤੋਂ ਪਹਿਲਾਂ ਦਾ ਜੇ ਆਪਾਂ ਜ਼ਿਕਰ ਕਰੀਏ ਤਾਂ ਪਿਛਲੇ ਸਾਲਾਂ ਦੇ ਵਿੱਚ ਜੋ ਭਾਰਤ ਦੀਆਂ ਟੀਮਾਂ ਨੇ ਉਹ ਨੇੜੇ ਤੇੜੇ ਵੀ ਕਿਤੇ ਨਜ਼ਰ ਨਹੀਂ ਆਉਂਦੀਆਂ ਸੀਗੀਆਂ, ਪਰ ਜਦੋਂ ਉਹਨਾਂ ਨੇ ਇਹ ਕਾਰਨਾਮਾ ਕੀਤਾ, ਉਹਨਾਂ ਨੇ ਇਹ ਉਪਲਬਧੀ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਹੁਣ ਇੱਕ ਹੋਰ ਜੋ ਦੇਸ਼ ਦੇ ਲਈ ਮਾਣ ਵਾਲੀ ਗੱਲ ਹੈ ਕਿ 3 ਹੋਰ ਖਿਡਾਰੀ ਜਿਹੜੇ ਆ ਉਹ ਜੈਵਲਿਨ ਥਰੋ ਦੇ ਵਿੱਚ ਇਸ ਕੁਆਲੀਫਾਈ ਰਾਊਂਡ ਦੇ ਵਿੱਚ ਆਪਣੀ ਪਰਫਾਰਮੈਂਸ ਦੇ ਰਹੇ ਆ। ਹੋ ਸਕਦਾ ਕਿ ਇਹਨਾਂ ਦੇ ਵਿੱਚੋਂ ਵੀ ਪਲੇਅਰ ਜਿਹੜੇ ਆ ਉਹ ਅੱਗੇ ਫਾਈਨਲ ਦੇ ਵਿੱਚ ਪਹੁੰਚਣ ਤੇ ਦੇਸ਼ ਦੀ ਝੋਲੀ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਮੈਡਲ ਪਾਇਆ ਜਾਏ। 2020 ਜੋ ਟੋਕੀਓ 올림픽ਸ ਹੋਈਆਂ ਸੀ ਉਹਨਾਂ ਦੇ ਵਿੱਚ ਜਦੋਂ 골ਡ ਮੈਡਲ ਜਿੱਤਿਆ ਤਾਂ ਉਸ ਤੋਂ ਬਾਅਦ ਪਰਮਾ ਸਵਾਗਤ ਕੀਤਾ ਗਿਆ ਸੀ ਨੀਰਜ ਚੋਪੜਾ ਦਾ। ਏਸ਼ੀਅਨ ਗੇਮਸ 2018 ਦੇ ਵਿੱਚ ਵੀ ਉਹਨਾਂ ਨੇ 골ਡ ਮੈਡਲ ਹਾਸਲ ਕੀਤਾ ਤੇ ਇੱਕ ਵੱਡੀ ਉਪਲਬਧੀ ਇਸ ਗੱਲ ਦੀ ਹੋ ਜਾਂਦੀ ਹੈ ਕਿ ਤੁਸੀਂ ਇੱਕ ਪਿੰਡ ਤੋਂ ਉੱਠੇ ਤੇ ਉਸ ਤੋਂ ਬਾਅਦ ਫਿਰ ਜਿਮ ਤੋਂ ਸ਼ੁਰੂਆਤ ਕੀਤੀ ਤੇ ਫਿਰ ਅਗਾਂਹ ਚੰਡੀਗੜ੍ਹ ਦਾ ਸਫ਼ਰ, ਉਸ ਤੋਂ ਬਾਅਦ ਅੱਗੇ ਤੁਸੀਂ ਅਕੈਡਮੀਆਂ ਦੇ ਵਿੱਚ ਗਏ ਤੇ ਫਿਰ ਇੰਨਾ ਕੁ ਤੁਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਆਪਣੀ ਮਿਹਨਤ ਦੇ ਸਦਕਾ, ਆਪਣੇ ਸਿਰੜ ਦੇ ਸਦਕਾ ਕਿ ਤੁਸੀਂ 올림픽ਸ ਤੱਕ ਵੀ ਪਹੁੰਚੇ ਤੇ ਫਿਰ ਉੱਥੇ ਜਾ ਕੇ ਤੁਸੀਂ 골ਡ ਮੈਡਲ ਵੀ ਹਾਸਲ ਕੀਤਾ। ਤਾਂ ਇੱਕ ਦ੍ਰਿੜ ਨਿਸ਼ਚਾ ਹੁੰਦਾ ਜਾਂ ਫਿਰ ਆਪਾਂ ਕਹੀਏ ਕਿ ਜਿਹੜੇ ਗੁਰੂ ਮਿਲਦੇ ਆ, ਜੇ ਚੰਗੇ ਗੁਰੂ ਮਿਲ ਜਾਣ, ਚੰਗੀ ਸਿੱਖਿਆ ਦੇਣ ਤੇ ਉਸ ਤੋਂ ਬਾਅਦ ਖਿਡਾਰੀ ਦੀ ਮਿਹਨਤ ਵੀ ਰੰਗ ਲੈ ਕੇ ਆਵੇ ਤਾਂ ਫਿਰ ਅਜਿਹੇ ਮੁਕਾਮ ਹਾਸਲ ਕੀਤੇ ਜਾ ਸਕਦੇ ਆ। ਨੀਰਜ ਚੋਪੜਾ ਨੇ ਇਹ ਕਰਕੇ ਦਿਖਾਇਆ। ਕਾਮਨਵੈਲਥ ਗੇਮਸ 2018 ਦੇ ਵਿੱਚ ਵੀ 골ਡ ਮੈਡਲ ਨੀਰਜ ਚੋਪੜਾ ਨੇ ਜਿੱਤਿਆ ਸੀ। ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਨੇ ਔਰ ਜਦੋਂ ਦੇਸ਼ ਦੇ ਲਈ ਅਜਿਹੇ ਮੈਡਲ ਜਿਹੜੇ ਆ ਲੈ ਕੇ ਆਂਦੇ ਜਾਣ ਜੋ ਟਫ ਮੁਕਾਬਲਿਆਂ ਦੇ ਵਿੱਚ ਜਿੱਥੇ ਦੁਨੀਆ ਭਰ ਦੇ ਖਿਡਾਰੀ ਪਹੁੰਚਦੇ ਆ ਤੇ ਉਹਨਾਂ ਨੂੰ ਚੰਗੀ ਤੋਂ ਚੰਗੀ ਟ੍ਰੇਨਿੰਗ ਜਿਹੜੀ ਉਹ ਮੁਹੱਈਆ ਕਰਵਾਈ ਹੁੰਦੀ ਹੈ। ਅਜਿਹੇ ਦੇ ਵਿੱਚ ਤੁਸੀਂ ਸਭ ਤੋਂ ਮੁਰਲੀ ਕਤਾਰ ਦੇ ਵਿੱਚ ਜਾ ਕੇ ਖੜੇ ਹੋ ਜਾਵੋ ਤਾਂ ਫਿਰ ਇਸ ਤੋਂ ਮਾਣ ਵਾਲੀ ਗੱਲ ਕੋਈ ਹੋਰ ਤੁਹਾਡੇ ਲਈ ਦੇਸ਼ ਦੇ ਲਈ ਹੋ ਨਹੀਂ ਸਕਦੀ। ਇਸ ਤੋਂ ਬਾਅਦ ਪਰਿਵਾਰ ਨੇ ਵੀ ਬੜਾ ਜਿਹੜਾ ਉਤਸ਼ਾਹ ਮਨਾਇਆ ਸੀਗਾ, ਦੇਸ਼ ਨੇ ਵੀ ਬੜਾ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਸੀ ਜਦੋਂ ਨੀਰਜ ਚੋਪੜਾ ਵਾਪਸ ਮੁੜੇ ਸੀ। ਤੇ ਹੁਣ ਇੱਕ ਵਾਰ ਫਿਰ ਤੋਂ ਅਜਿਹੀ ਉਮੀਦ ਕੀਤੀ ਜਾ ਰਹੀ ਹੈ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਉਹ 골ਡ ਮੈਡਲ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਣਗੇ। 3 ਭਾਰਤੀ ਖਿਡਾਰੀ ਹੋਰ ਨੇ, ਉਹ ਵੀ ਮੈਡਲ ਜਿੱਤ ਸਕਦੇ ਆ ਇਸ ਦੇ ਵਿੱਚ, ਕਿਉਂਕਿ ਇੱਕ ਵਾਰ ਜਦੋਂ ਕੋਈ ਖਿਡਾਰੀ ਇਸ ਤਰ੍ਹਾਂ ਦੀ ਉਪਲਬਧੀ ਹਾਸਲ ਕਰਦਾ ਤਾਂ ਫਿਰ ਉਸ ਦੇ ਨਾਲ ਹੋਰ ਵੀ ਖਿਡਾਰੀਆਂ ਨੂੰ ਪ੍ਰੇਰਨਾ ਵੀ ਮਿਲਦੀ ਹੈ। ਜੋ ਉਸ ਦੀ ਟੈਕਨੀਕ ਹੁੰਦੀ ਹੈ ਉਸ ਦਾ ਫਾਇਦਾ ਵੀ ਬਾਕੀ ਦੇ ਖਿਡਾਰੀ ਲੈ ਪਾਉਂਦੇ ਆ ਔਰ ਨੀਰਜ ਚੋਪੜਾ ਦੀ ਇਸ ਟੈਕਨੀਕ ਦੇ ਨਾਲ ਜਾਂ ਕਹੀਏ ਕਿ ਜੋ ਬਾਕੀ ਖਿਡਾਰੀ ਨੇ ਇਹਨਾਂ ਦੀ ਇਸ ਪ੍ਰੇਰਨਾ ਦੇ ਨਾਲ ਉਹ ਖਿਡਾਰੀ ਵੀ ਉਮੀਦ ਕੀਤੀ ਜਾ ਸਕਦੀ ਹੈ ਕਿ ਅੱਗੇ ਨਿਕਲਣਗੇ ਤੇ ਆਪਣੀ ਮਿਹਨਤ ਦੇ ਨਾਲ, ਆਪਣੇ ਹੁਨਰ ਦੇ ਨਾਲ ਉਹ ਵੀ ਮੈਡਲ ਦੇਸ਼ ਦੀ ਝੋਲੀ ਦੇ ਵਿੱਚ ਪਾਉਣਗੇ। 2021 ਦੇ ਵਿੱਚ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਵੀ ਉਹਨਾਂ ਨੂੰ ਦਿੱਤਾ ਗਿਆ ਸੀ। 2022 ਦੇ ਵਿੱਚ ਪਦਮ ਸ਼੍ਰੀ ਦੇ ਨਾਲ ਨੀਰਜ ਚੋਪੜਾ ਨੂੰ ਸਨਮਾਨਿਤ ਕੀਤਾ ਗਿਆ ਸੀ। ਇਹ ਉਪਲਬਧੀਆਂ ਨੇ ਜੋ ਨੀਰਜ ਚੋਪੜਾ ਵੱਲੋਂ ਹਾਸਲ ਕੀਤੀਆਂ ਗਈਆਂ। ਟੋਕੀਓ 올림픽 2020 ਦੇ ਵਿੱਚ 골ਡ ਮੈਡਲ ਜਿੱਤਿਆ ਉਹਨਾਂ ਨੇ। ਏਸ਼ੀਅਨ ਗੇਮਸ 2018 ਦੇ ਵਿੱਚ 골ਡ ਮੈਡਲ ਹਾਸਲ ਕੀਤਾ ਨੀਰਜ ਚੋਪੜਾ ਨੇ ਤੇ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ 2022 ਦੇ ਵਿੱਚ ਸਿਲਵਰ ਮੈਡਲ ਉਹਨਾਂ ਨੇ ਦੇਸ਼ ਦੀ ਝੋਲੀ ਪਾਇਆ। ਕਾਮਨਵੈਲਥ ਗੇਮਸ 2018 ਦੇ ਵਿੱਚ 골ਡ ਮੈਡਲ ਜਿੱਤਿਆ ਨੀਰਜ ਚੋਪੜਾ ਨੇ। ਡਾਇਮੰਡ ਲੀਗ 2022 ਦੇ ਵਿੱਚ ਵੀ ਉਹਨਾਂ ਨੇ 골ਡ ਮੈਡਲ ਹਾਸਲ ਕੀਤਾ ਸੀ।
ਏਸ਼ੀਅਨ ਚੈਂਪੀਅਨਸ਼ਿਪ 2017 ਦੇ ਵਿੱਚ ਵੀ ਨੀਰਜ ਚੋਪੜਾ ਨੇ 골ਡ ਮੈਡਲ ਜਿੱਤਿਆ।